हेलो दोस्तों, ਤੁਹਾਡਾ स्वागत है सुकीजा ट्यूशनस एंड माय नेम इज़ तमन्ना। ਅੱਜ ਆਪਣੀ ਹਿਸਟਰੀ ਪੋਲਿਟੀ ਦੀ ਕਲਾਸ ਹੈ ਜਿਹਦੇ 'ਚ ਆਪਾਂ ਹਾਈ ਕੋਰਟ ਤੋਂ ਸਟਾਰਟ ਕਰਾਂਗੇ। ਲਾਸਟ ਵੀਡੀਓ ਆਪਾਂ ਆਪਦੀ ਖਤਮ ਕੀਤੀ ਸੀ ਸੁਪਰੀਮ ਕੋਰਟ 'ਤੇ, ਜਿਹਦੇ 'ਚ ਆਪਾਂ ਬਜਟ ਬਾਰੇ ਵੀ ਗੱਲ ਕੀਤੀ ਸੀ, ਜੁਆਇੰਟ ਸਿਟਿੰਗ ਬਾਰੇ ਵੀ ਗੱਲ ਕੀਤੀ ਸੀ ਔਰ ਆਪਣੇ ਕੁਝ ਕੁ ਟੌਪਿਕ ਰਹਿ ਗਏ ਨੇ, 7-8 ਟੌਪਿਕ ਰਹਿ ਗਏ ਨੇ। ਉਸ ਤੋਂ ਬਾਅਦ ਆਪਣੀ ਇੰਡੀਅਨ ਪੋਲਿਟੀ ਪੂਰੀ ਹੋ ਜਾਏਗੀ। ਠੀਕ ਹੈ, ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਆਪਾਂ ਹਾਈ ਕੋਰਟ ਸ਼ੁਰੂ ਕਰਦੇ ਹਾਂ। ਕੀ ਕਹਿੰਦੇ ਨੇ ਹਾਈ ਕੋਰਟ 'ਚ ਕੀ ਹੋ ਗਿਆ, ਚੀਫ ਜਸਟਿਸ ਪਲੱਸ ਜजेस ਆ ਗਏ। ਠੀਕ ਹੈ, ਅੱਗੇ ਕੀ ਲਿਖਿਆ ਹੋਇਆ ਹੈ ਕਿ ਕਨਸਟੀਟਿਊਸ਼ਨ ਡਜ਼ਨਟ ਸਪੈਸੀਫਾਈ ਐਨੀ ਸਟਰੈਂਥ ਆਫ ਅ ਹਾਈ ਕੋਰਟ, ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ 'ਚ ਕੀ ਹੈ, ਹਾਈ ਕੋਰਟ ਦੇ ਮਤਲਬ ਕੀ ਹੈ ਸਪੈਸੀਫਾਈ ਨਹੀਂ ਹੁੰਦੀ, ਕੋਈ ਵੀ ਸਟਰੈਂਥ ਜਿਹੜੀ ਕੀ ਹੈ ਸਪੈਸੀਫਾਈ ਨਹੀਂ ਹੁੰਦੀ, ਨਾ ਹੀ ਜजेस ਦੀ ਹੁੰਦੀ ਨਾ ਹੀ ਐਡਵੋਕੇਟਸ ਦੀ ਹੁੰਦੀ। ਠੀਕ ਹੈ, ਕੌਨਸਟੀਟਿਊਸ਼ਨ ਡਜ਼ਨਟ ਸਪੈਸੀਫਾਈ ਐਨੀ ਸਟਰੈਂਥ ਆਫ ਅ ਹਾਈ ਕੋਰਟ, ਕਿ ਕੌਨਸਟੀਟਿਊਸ਼ਨ ਕੀ ਹੈ ਉਹਦੇ 'ਚ ਹਾਈ ਕੋਰਟ ਦੀ ਸਪੈਸੀਫਾਈ ਕੀ ਨਹੀਂ ਕੀਤੀ ਹੋਈ, ਸਟਰੈਂਥ ਸਪੈਸੀਫਾਈ ਨਹੀਂ ਕੀਤੀ ਹੋਈ ਕਿ ਹਾਈ ਕੋਰਟ 'ਚ ਕਿੰਨੇ ਜੱਜ ਹੋ ਸਕਦੇ ਨੇ, ਕਿੰਨੇ ਐਡਵੋਕੇਟ ਹੋ ਸਕਦੇ ਨੇ। ਠੀਕ ਹੈ, ਕੌਨਸਟੀਟਿਊਸ਼ਨ ਸਟੇਟ ਹਾਈ ਕੋਰਟ 7th ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1956 'ਚ ਕੀ ਹੈ, ਕਾਮਨ ਐਟ ਹਾਈ ਕੋਰਟ ਫਰੋਮ 2 ਔਰ ਮੋਰ ਸਟੇਟ। ਜਿਹੜੀ ਕੀ ਹੈ 7th ਅਮੈਂਡਮੈਂਟ ਐਕਟ ਹੈ ਕੌਨਸਟੀਟਿਊਸ਼ਨ ਦੀ, 7th ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੈ ਜਿਹੜਾ 1956, ਉਹਦੇ 'ਚ ਕੀ ਕਿਹਾ ਹੈ ਕਿ ਕਾਮਨ ਵੀ ਹੋ ਸਕਦੀ ਹੈ ਹਾਈ ਕੋਰਟ 2 ਜਾਂ 2 ਤੋਂ ਜ਼ਿਆਦਾ ਸਟੇਟਸ ਦੀ। ਠੀਕ ਹੈ, ਟੋਟਲ ਕਿੰਨੀਆਂ ਨੇ 25 ਹਾਈ ਕੋਰਟਸ ਨੇ। ਠੀਕ ਹੈ, ਨੈਕਸਟ ਕੀ ਕਹਿੰਦੇ ਨੇ, ਦਿੱਲੀ ਐਂਡ ਪੁਡੂਚੇਰੀ ਓਨਲੀ ਯੂਟੀਜ਼ ਦੈਟ ਹੈਵ ਹਾਈ ਕੋਰਟ ਆਫ ਦੇਅਰ ਓਨ, ਕਿ ਇੱਕ ਸਿਰਫ ਦਿੱਲੀ ਅਤੇ ਪੁਡੂਚੇਰੀ ਹੀ ਇਹ ਜਿਹੀਆਂ ਯੂਟੀਜ਼ ਨੇ ਜਿਹਦੀਆਂ ਆਪਦੀ ਹੀ ਮਤਲਬ ਹਾਈ ਕੋਰਟਸ ਨੇ। ਠੀਕ ਹੈ, ਜਿਵੇਂ ਪੰਜਾਬ, ਹਰਿਆਣਾ, ਚੰਡੀਗੜ੍ਹ ਇਹਦੀ ਇੱਕ ਹਾਈ ਕੋਰਟ ਹੈ ਨਾ, ਉਵੇਂ ਕੀ ਕਹਿੰਦੇ ਨੇ ਕਿ ਦਿੱਲੀ ਐਂਡ ਪੁਡੂਚੇਰੀ ਓਨਲੀ ਯੂਟੀਜ਼ ਦੈਟ ਹੈਵ ਹਾਈ ਕੋਰਟ ਆਫ ਦੇਅਰ ਓਨ, ਕਿ ਉਹਨਾਂ ਦੀ ਆਪਦੀ ਹਾਈ ਕੋਰਟ ਹੈ। ਠੀਕ ਹੈ, ਸਿੰਗਲ ਹਾਈ ਕੋਰਟ ਹੈ, ਕਿਸੇ ਨਾਲ ਵੀ ਕਾਮਨ ਨਹੀਂ ਹੈ। ਨੈਕਸਟ ਹੈ ਫਰਸਟ ਹਾਈ ਕੋਰਟ ਔਰ ਸੁਪਰੀਮ ਕੋਰਟ ਜੱਜ ਹੂ ਵਲੰਟਰਲੀ ਮੇਡ ਪਬਲਿਕ ਹਿਜ਼ ਅਸਿਸਟ ਜਸਟਿਸ ਕੇ ਕਨਨ। ਕੀ ਹੈ ਅਸਿਸਟ ਦਾ ਮਤਲਬ ਕੀ ਹੁੰਦਾ, ਪ੍ਰੋਪਰਟੀ, ਕਿ ਕਿਹੜਾ ਉਹ ਐਜ ਅ ਜੱਜ ਸੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜਿਹਦਾ ਕਿ ਪੇਪਰ 'ਚ ਕੁਐਸਚਨ ਆ ਸਕਦਾ ਹੈ ਕਿ ਉਹਨੇ ਆਪਦੀ ਜਿਹੜੀ ਪ੍ਰੋਪਰਟੀ ਸੀ ਉਹ ਨਾਮ ਕਰਤੀ ਸੀ, ਉਹਦਾ ਨਾਮ ਕੀ ਸੀ, ਜਸਟਿਸ ਕੇ ਕਨਨ। ਠੀਕ ਹੈ, ਹੁਣ ਆਰਟੀਕਲ 217 ਦੀ ਗੱਲ ਕਰਦੇ ਆ। ਆਰਟੀਕਲ 217 ਦੇ ਵਿੱਚ ਕੀ ਹੈ, ਅਪੋਇੰਟਮੈਂਟ ਦੀ ਗੱਲ ਕੀਤੀ ਗਈ ਹੈ ਔਰ ਹਾਈ ਕੋਰਟ ਦੀ ਅਪੋਇੰਟਮੈਂਟ ਕੌਣ ਕਰਦਾ, ਕਿਹਦੇ ਦੁਆਰਾ ਹੁੰਦੀ ਹੈ, ਉਹਦੇ ਜੱਜਿਸ ਦੀ, ਚੀਫ ਜਸਟਿਸ ਦੀ ਪ੍ਰੈਜ਼ੀਡੈਂਟ ਦੁਆਰਾ। ਠੀਕ ਹੈ, ਅਪੋਇੰਟਡ ਬਾਈ ਪ੍ਰੈਜ਼ੀਡੈਂਟ। ਚੀਫ ਜਸਟਿਸ ਆਫ ਹਾਈ ਕੋਰਟ ਜਿਹੜਾ ਕੀ ਹੈ ਆਫਟਰ ਕੰਸਲਟੇਸ਼ਨ ਵਿਦ ਚੀਫ ਜਸਟਿਸ ਆਫ ਇੰਡੀਆ ਐਂਡ ਗਵਰਨਰ। ਜਿਹੜਾ ਵੀ ਹਾਈ ਕੋਰਟ ਦਾ ਚੀਫ ਜਸਟਿਸ ਹੈ ਉਹ ਕਿਹਦੀ ਕੰਸਲਟੇਸ਼ਨ ਤੋਂ ਬਾਅਦ ਬਣਦਾ ਹੈ, ਚੀਫ ਜਸਟਿਸ ਆਫ ਇੰਡੀਆ ਦੀ ਤੇ ਗਵਰਨਰ ਦੀ। ਠੀਕ ਹੈ, ਨੈਕਸਟ ਹੁਣ ਅੱਗੇ ਕੁਆਲੀਫਿਕੇਸ਼ਨਸ ਨੇ। ਕੁਆਲੀਫਿਕੇਸ਼ਨਸ ਕੀ ਹੋ ਸਕਦੀਆਂ ਨੇ, ਹਰ 'ਚ ਇੰਪੋਰਟੈਂਟ ਹੈ ਹੀ ਹੈ ਕਿ ਉਹ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ। ਠੀਕ ਹੈ, ਐਡਵੋਕੇਟ ਹੋਣਾ ਚਾਹੀਦਾ ਹਾਈ ਕੋਰਟ ਦੇ ਵਿੱਚ 10 ਸਾਲ, ਔਰ ਜੁਡੀਸ਼ੀਅਲ ਆਫਿਸ 'ਚ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਕਿੰਨੇ, 10 ਸਾਲ। ਠੀਕ ਹੈ, ਉਸ ਤੋਂ ਬਾਅਦ ਕੀ ਆ ਗਿਆ, ਓਥ ਕੌਣ ਦਿਵਾਉਂਦਾ ਹੈ, ਜੱਜ ਨੂੰ, ਹਾਈ ਕੋਰਟ ਦੇ ਗਵਰਨਰ। ਠੀਕ ਹੈ, ਉਸ ਤੋਂ ਬਾਅਦ ਟੈਨਿਓਰ ਕਿੰਨਾ ਹੁੰਦਾ, 62 ਈਅਰਸ। ਰਿਮੂਵਲ ਕਿਵੇਂ ਹੁੰਦਾ ਹੈ, ਰੈਜ਼ਿਗਨੇਸ਼ਨਸ ਆਪਾਂ ਪ੍ਰੈਜ਼ੀਡੈਂਟ ਨੂੰ ਦੇਣਾ ਹੁੰਦਾ ਹੈ। ਠੀਕ ਹੈ, ਸੈਕਿੰਡ ਰਿਮੂਵਡ ਔਨ ਦ ਰਿਕਮੈਂਡੇਸ਼ਨ ਆਫ ਪਾਰਲੀਮੈਂਟ, ਕਿ ਜਿਹੜਾ ਕੀ ਹੈ ਰਿਕਮੈਂਡੇਸ਼ਨ, ਪਾਰਲੀਮੈਂਟ ਦੀ ਰਿਕਮੈਂਡੇਸ਼ਨ 'ਤੇ ਜਿਹੜਾ ਕੀ ਹੈ, ਜਿਹੜਾ ਪਾਰਲੀਮੈਂਟ ਦੀ ਰਿਕਮੈਂਡੇਸ਼ਨ ਹੈ ਉਹਦੇ ਥਰੂ ਹੀ ਰਿਮੂਵਡ ਹੁੰਦਾ ਹੈ। ਠੀਕ ਹੈ, ਅਪੋਇੰਟਡ ਐਜ਼ ਅ ਜੱਜ ਆਫ ਸੁਪਰੀਮ ਕੋਰਟ, ਕਿ ਉਹਨੂੰ ਆਪਾਂ ਕੀ ਹੈ ਸੁਪਰੀਮ ਕੋਰਟ ਦਾ ਜੱਜ ਵੀ ਜਿਹੜਾ ਅਪੋਇੰਟ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਅੱਗੇ ਕੀ ਹੈ, ਫਸਟਲੀ ਕੌਨਸਟੀਟਿਊਟਡ ਹਾਈ ਕੋਰਟ। ਪਹਿਲਾ ਹਾਈ ਕੋਰਟ ਕਿੱਥੇ ਕੌਨਸਟੀਟਿਊਟ ਹੋਇਆ ਸੀ, ਤਿੰਨ ਦਾ ਕਾਮਨ ਸੀ, ਬੰਬੇ, ਕਲਕੱਤਾ, ਮਦਰਾਸ। ਕਦੋਂ, 1862 ਦੇ ਵਿੱਚ। ਠੀਕ ਹੈ, ਫਸਟਲੀ ਕੌਨਸਟੀਟਿਊਟ ਕਦੋਂ ਹੋਇਆ ਸੀ, ਹਾਈ ਕੋਰਟ ਦੇ ਵਿੱਚ, ਬੰਬੇ, ਕਲਕੱਤਾ, ਮਦਰਾਸ। ਠੀਕ ਹੈ, ਹੁਣ ਇਹ ਜਿਹੜੇ ਵੀ ਨੋਟਸ ਮੈਂ ਤੁਹਾਨੂੰ ਇੰਡੀਅਨ ਪੋਲਿਟੀ ਦੇ ਕਰਾ ਰਹੀ ਹਾਂ ਇਹ ਸਟਾਰਟ ਹੋਏ ਸੀ ਮੇਕਿੰਗ ਆਫ ਇੰਡੀਅਨ ਕੌਨਸਟੀਟਿਊਸ਼ਨ ਤੋਂ। ਠੀਕ ਹੈ, ਜਿਹਦੇ 'ਚ ਆਪਾਂ ਕੀ ਸਟਾਰਟ ਕੀਤਾ ਸੀ, ਕੌਨਸਟੀਟਿਊਸ਼ਨ, ਪ੍ਰੀਐਂਬਲ, ਉਸ ਤੋਂ ਬਾਅਦ DPSP ਕੀਤੇ ਸੀ, ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਸਾਰੀਆਂ ਵੀਡੀਓਜ਼ ਕੀ ਨੇ ਪਲੇਲਿਸਟ 'ਚ ਪਈਆਂ ਨੇ। ਠੀਕ ਹੈ, 7-8 ਟੌਪਿਕ ਬਾਅਦ ਆਪਣੀ ਇੰਡੀਅਨ ਪੋਲਿਟੀ ਖਤਮ ਹੋ ਜਾਏਗੀ ਔਰ ਇੱਦਾਂ ਹੀ ਹੁਣ ਆਪਾਂ ਇੱਕ ਦਿਨ ਪੋਲਿਟੀ, ਇੱਕ ਦਿਨ ਕਰੰਟ ਅਫੇਅਰ, ਇੱਕ ਦਿਨ ਹਿਸਟਰੀ ਦੀ ਕਲਾਸ ਚੱਲੇਗੀ। ਔਰ ਜਿਹੜੇ ਇਹਦੇ 'ਚ ਇੰਪੋਰਟੈਂਟ ਮੈਂ ਤੁਹਾਨੂੰ ਨੋਟਸ ਬਣਵਾਏ ਨੇ, ਇੰਪੋਰਟੈਂਟ ਨੋਟਸ ਤੋਂ ਮੈਂ ਤੁਹਾਨੂੰ ਕਰਵਾ ਰਹੀ ਹਾਂ, 100% ਕੁਐਸਚਨ ਪੇਪਰ 'ਚ ਉਹਦੇ 'ਚੋਂ ਹੀ ਆਵੇਗਾ।
उस तो बाहर क्वेश्चन जा ही नहीं सकता ਜਿਹੜੇ ਨੋਟਸ ਮੈਂ ਕਰਵਾ ਰਹੀ ਹਾਂ, ਕਿਉਂਕਿ ਇਹ ਨੋਟਸ ਤਾਂ ਬਣਾਏ ਨੇ ਜਿੰਨੇ ਵੀ ਅਗਰ ਪੁਰਾਣੇ ਪੇਪਰਾਂ 'ਚ ਉਹਦੇ ਰਿਲੇਟਡ ਕੁਐਸਚਨ ਆਏ ਹੋਏ ਨੇ। ਠੀਕ ਹੈ, ਹੁਣ ਕਿਤੇ ਸੀ ਆਪਾਂ ਫਸਟਲੀ ਕੌਂਸਟੀਟਿਊਟ ਹਾਈ ਕੋਰਟ ਕਦੋਂ ਸੀ? ਬੰਬੇ, ਕਲਕੱਤਾ, ਮਦਰਾਸ 1862 ਦੇ ਵਿੱਚ। ਠੀਕ ਹੈ, ਨੈਕਸਟ ਕੀ ਹੈ? ਨੈਕਸਟ ਆਪਾਂ ਹੁਣ ਕਰਦੇ ਹਾਂ ਕਿ ਜਿਹੜੀ ਬੰਬੇ ਹੈ, ਬੰਬੇ ਹਾਈ ਕੋਰਟ ਹੈ, ਉਹਦੇ 'ਚ ਕਿਹੜੀਆਂ ਕਿਹੜੀਆਂ ਹਾਈ ਕੋਰਟਸ ਕਾਮਨ ਨੇ ਔਰ ਉਹ ਹਾਈ ਕੋਰਟ ਕਿੱਥੇ ਹੈ? ਮਹਾਰਾਸ਼ਟਰ, ਗੋਆ, दादरा एंड नागर हवेली, दमन एंड दीव कितने है? मुंबई। ठीक है, नैक्सट कोलकाता विच की आ गया वेस्ट बंगाल एंड अंडमान एंड निकोबार आइलैंड कितने? कोलकाता दे विच। गुवाहाटी च की है? असम, नागालैंड, मिजोरम, अरुणाचल प्रदेश हाई कोर्ट कितने है? ना सब दी कॉमन गुवाहाटी दे विच। दैन मद्रास, मद्रास हाई कोर्ट कितने है? तमिलनाडु एंड पुडुचेरी कॉमन है। ठीक है, कितने है? चेन्नई दे विच। नैक्सट है आंध्र प्रदेश, आंध्र प्रदेश प्लस तेलंगाना दी कितने है? हैदराबाद। केरल दी कितने है? केरल एंड लक्षद्वीप दो कॉमन ने, कितने है? एर्नाकुलम दे विच। नैक्सट उस तो बाद पंजाब हरियाणा हाई कोर्ट कितने है? पंजाब हरियाणा चंडीगढ़ तीन दी कॉमन है, कितने है? चंडीगढ़ दे विच। एक ही सी कि कितने केड़ी केड़ी हाई कोर्ट? बॉम्बे, कोलकाता, गुवाहाटी, मद्रास, आंध्र प्रदेश, केरला, पंजाब एंड हरियाणा हाई कोर्ट किहदी कॉमन है और कितने है। ठीक है, नैक्सट अगे हुण की है एक रिट जुरिडिक्शन हुंदा है जिहदे च की है फंडामेंटल राइट्स नूं सुप्रीम कोर्ट तक लिजाया जाता है। फंडामेंटल राइट्स प्लस ऑर्डनरी राइट्स ਉਹਨੂੰ ਕੀ ਹੈ ਹਾਈ ਕੋਰਟ ਦੇ ਵਿੱਚ ਕੀ ਹੈ ਉਹਦਾ ਫੈਸਲਾ ਕੀਤਾ ਜਾਂਦਾ ਹੈ। ਆਰਟੀਕਲ 226 ਅਗਰ ਕੱਲੇ ਫੰਡਾਮੈਂਟਲ ਰਾਈਟਸ ਦੀ ਆਪਣੇ ਦੀ ਉਲੰਘਣਾ ਹੋਈ ਹੈ ਤਾਂ ਆਪਾਂ ਡਾਇਰੈਕਟ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ। ਅਗਰ ਫੰਡਾਮੈਂਟਲ ਰਾਈਟਸ ਪਲਸ ਆਰਡੀਨਰੀ ਰਾਈਟਸ ਦੀ ਗੱਲ ਹੋਈ ਹੈ ਤਾਂ ਆਪਾਂ ਨੂੰ ਹਾਈ ਕੋਰਟ 'ਚ ਜਾਣਾ ਪੈਣਾ ਹੈ। ਕਿਹੜੇ ਆਰਟੀਕਲ ਦੇ ਅੰਡਰ? ਆਰਟੀਕਲ 226 ਦੇ ਅੰਡਰ। ਠੀਕ ਹੈ, ਨੈਕਸਟ ਹੈ ਹਾਈ ਕੋਰਟ ਡਜ਼ਨਟ ਹੈਵ ਐਡਵਾਈਜ਼ਰੀ ਪਾਵਰ ਐਜ਼ ਇਨ ਕੇਸ ਆਫ ਸੁਪਰੀਮ ਕੋਰਟ ਕਿ ਹਾਈ ਕੋਰਟ ਦੇ ਕੋਲ ਕੀ ਹੈ ਐਡਵਾਈਜ਼ਰੀ ਪਾਵਰ ਨਹੀਂ ਹੈਗੀ ਕਿ ਉਹ ਕੀ ਹੈ ਜਿਹੜਾ ਕੇਸ ਬਿਨਾਂ ਡਿਸੀਜ਼ਨ ਸੁਣਾਏ ਕਿ ਇਹ ਸੁਪਰੀਮ ਕੋਰਟ ਕੋਲ ਭੇਜ ਦੇਵੇ। ਠੀਕ ਹੈ, ਇੱਥੇ ਆਪਣਾ ਕੀ ਖਤਮ ਹੁੰਦਾ ਹੈ? ਹਾਈ ਕੋਰਟ ਖਤਮ ਹੁੰਦਾ ਹੈ। ਹਾਈ ਕੋਰਟ 'ਚ ਆਪਾਂ ਕੀ ਪੜ੍ਹਿਆ? ਹਾਈ ਕੋਰਟ 'ਚ ਆਪਾਂ ਪੜ੍ਹਿਆ ਕਿ ਉਹਦੇ ਕੋਲ ਕੋਈ ਵੀ ਮਤਲਬ ਕੌਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਇੱਕ ਸਪੈਸੀਫਿਕ ਸਟਰੈਂਥ ਨਹੀਂ ਦਿੱਤੀ ਹਾਈ ਕੋਰਟ ਬਾਰੇ। 7th CA 1956 ਅਪੈਂਡਮੈਂਟਸ ਕੀ ਦੱਸਿਆ ਹੋਇਆ ਹੈ ਕਿ ਕਾਮਨ ਹਾਈ ਕੋਰਟ ਹੋ ਸਕਦੇ ਨੇ 2 ਔਰ ਮੋਰ ਸਟੇਟਸ ਦੇ। ਇੱਕ ਦਿੱਲੀ ਐਂਡ ਪੁਡੂਚੇਰੀ ਦੇ ਆਪਦੇ ਓਨ ਮਤਲਬ ਕੀ ਨੇ ਹਾਈ ਕੋਰਟਸ ਨੇ। ठीक है, दैन उस तो बाद आप अपॉइंटमेंट पढ़िया, क्वालिफिकेशनस पढ़िया, ओथ पढ़िया, टेन्योर पढ़िया, रिमूवल पढ़िया। दैन उस तो बाद आप हाई कोर्ट्स पढ़िया ने। ठीक है, और उस तो बाद रिट जुरिडिक्शन पढ़ी है। इत्थे अपना हाई कोर्ट खत्म होंदा है। हुण आपां नैक्सट टॉपिक करते हैं। नैक्सट टॉपिक अपने कोल की है? यूनीयन स्टेट रिलेशनस। यूनीयन स्टेट रिलेशनस की है पार्ट 2 च, पार्ट 11 च। ठीक है, पार्ट 11 ਦੇ ਵਿੱਚ ਆਪਣੇ ਕੋਲ ਕੀ ਹੈ? ਯੂਨੀਅਨ ਸਟੇਟ ਰਿਲੇਸ਼ਨਸ। ਫਸਟ ਕਿਹੜਾ ਹੈ? ਲੈਜਿਸਲੇਟਿਵ ਰਿਲੇਸ਼ਨਸ, ਜਿਹੜੀ ਰੂਲਸ ਬਣਾਉਂਦੇ ਨੇ ਉਹਦੇ 'ਚ 3 ਲਿਸਟ ਆ ਜਾਂਦੀਆਂ ਨੇ। ਕਿਹੜੀਆਂ ਕਿਹੜੀਆਂ? ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ। ਠੀਕ ਹੈ, ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ ਕੀ ਨੇ? ਇਹ 3 ਲਿਸਟ ਨੇ ਕਿਹਦੇ 'ਚ ਆ ਜਾਂਦੀਆਂ ਨੇ? ਲੈਜਿਸਲੇਟਿਵ ਰਿਲੇਸ਼ਨਸ। ਠੀਕ ਹੈ, ਯੂਨੀਅਨ ਸਟੇਟ ਕੀ ਹੁੰਦਾ ਹੈ? ਸੈਂਟਰ ਤੇ ਸਟੇਟ ਦਾ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਹੈ ਉਹਨੂੰ ਕੀ ਕਹੀਦਾ ਆਪਾਂ? ਯੂਨੀਅਨ ਸਟੇਟ ਰਿਲੇਸ਼ਨ। ਯੂਨੀਅਨ ਸਟੇਟ ਰਿਲੇਸ਼ਨ ਦਾ ਫਸਟ ਰਿਲੇਸ਼ਨ ਕਿਹੜਾ ਹੈ? ਲੈਜਿਸਲੇਟਿਵ ਰਿਲੇਸ਼ਨ। ਉਹਦੇ 'ਚ 3 ਲਿਸਟ ਨੇ, ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ। ਠੀਕ ਹੈ, ਯੂਨੀਅਨ ਲਿਸਟ ਦੇ ਵਿੱਚ 100 ਸਬਜੈਕਟਸ ਨੇ, ਸਟੇਟ ਲਿਸਟ ਵਿੱਚ 61 ਸਬਜੈਕਟਸ ਨੇ, ਕੌਨਕਰੈਂਟ ਦੇ ਵਿੱਚ 52 ਸਬਜੈਕਟਸ ਨੇ ਔਰ ਇਹ ਕਿਹੜੇ ਸਕੈਜੂਅਲ ਦੇ ਅੰਡਰ ਆਉਂਦੀਆਂ ਨੇ? 7 ਸਕੈਜੂਅਲ ਦੇ ਅੰਡਰ। ਠੀਕ ਹੈ, ਪਾर्ट 11 ਤੇ ਸਕੈਜੂਅਲ ਕਿਹੜਾ ਹੈ? 11। ਸ਼ਡਿਊਲ ਕਿਹੜਾ ਆਪਣੇ ਕੋਲ? 7th ਹੈ ਔਰ ਪਾर्ट 11 ਦੇ ਅੰਡਰ ਆਉਂਦੀਆਂ ਨੇ। ਠੀਕ ਹੈ, ਫਸਟ ਹੁਣ ਆਪਾਂ ਗੱਲ ਕਰਦੇ ਹਾਂ ਯੂਨੀਅਨ ਲਿਸਟ। ਯੂਨੀਅਨ ਲਿਸਟ ਕੀ ਹੁੰਦੀ ਹੈ? ਪਾਰਲੀਮੈਂਟ ਹੈਜ਼ ਐਕਸਕਲੂਸਿਵ ਪਾਵਰ ਟੂ ਲੈਜਿਸਲੇਟ ਔਨ ਸਬਜੈਕਟ ਮੈਂਸ਼ਨਡ ਇਨ UL ਕਿ ਜਿਹੜੀ ਪਾਰਲੀਮੈਂਟ ਕੋਲ ਜਿਹੜੀ ਪਾਵਰ ਹੈ ਕਿ ਯੂਨੀਅਨ ਮਤਲਬ ਸੈਂਟਰਲ ਦੀ ਲਿਸਟ ਹੈ। ਪਾਰਲੀਮੈਂਟ ਕੋਲ ਕਿਹੜੀ ਪਾਵਰ ਹੈ? ਉਸ ਸਬਜੈਕਟਸ 'ਤੇ ਕੀ ਹੈ? ਰੈਗੂਲੇਟ ਕਰਨ ਦੀ, ਲੈਜਿਸਲੇਟ ਕਰਨ ਦੀ। ਉਹਦੇ 'ਚ ਕੀ ਕੀ ਆ ਜਾਂਦਾ? ਡਿਫੈਂਸ ਆ ਜਾਂਦਾ ਹੈ, ਫੋਰਨ ਅਫੇਅਰਸ ਆ ਜਾਂਦੇ ਨੇ, ਅਟੋਮਿਕ ਐਨਰਜੀ ਆ ਜਾਂਦੀ ਹੈ। ਠੀਕ ਹੈ, ਸਬਜੈਕਟ ਹੋਰ ਵੀ ਨੇ ਪਰ ਮੇਨ ਜਿਹੜੇ ਪੜ੍ਹਨ ਵਾਲੇ ਨੇ ਉਹ ਆਹ ਨੇ, ਕੁਐਸਚਨਸ ਇਹਦੇ ਵਿੱਚੋਂ ਹੀ ਆਉਂਦੇ ਨੇ। ਨੈਕਸਟ ਗੱਲ ਹੋ ਜਾਂਦੀ ਹੈ ਹੁਣ ਆਪਣੀ ਸਟੇਟ ਲਿਸਟ ਦੀ। ਸਟੇਟ ਲੈਜਿਸਲੇਟਿਵ ਹੈਵ ਪਾਵਰਸ ਕਿ ਸਟੇਟ ਕੋਲ ਆਪਦੀਆਂ ਪਾਵਰਸ ਵੀ ਨੇ। ਕਿਹੜੀਆਂ ਕਿਹੜੀਆਂ? ਕਿਹੜੇ ਸਬਜੈਕਟਸ ਨੇ? ਹੈਲਥ ਹੋ ਗਿਆ, ਸੈਨੀਟੇਸ਼ਨਸ ਹੋ ਗਿਆ, ਪਬਲਿਕ ਆਰਡਰ ਹੋ ਗਏ, ਐਗਰੀਕਲਚਰ ਹੋ ਗਿਆ। ਠੀਕ ਹੈ, ਇਹ ਦੋ ਆਪਣੇ ਕੋਲ ਲਿਸਟ ਸੀ। ਕਿਹੜੀਆਂ ਕਿਹੜੀਆਂ? ਯੂਨੀਅਨ ਲਿਸਟ,
स्टेट लिस्ट किहड़ी रिलेशन दे अंडर होंदियां ने लैजिस्लेटिव रिलेशन दे अंडर ठीक है। यूनियन लिस्ट विच 100 सब्जैक्ट ने याद रखने वाली गल है इंपॉर्टेंट है। स्टेट लिस्ट दे विच 61 सब्जैक्ट्स होंदे ने कॉन्करेंट लिस्ट दे विच 52 सब्जैक्ट्स होंदे ने किहड़े शेड्यूल दे अंडर 7th शेड्यूल दे अंडर पार्ट 11 ठीक है। नैक्सट हुण अगे कॉन्करेंट लिस्ट की गल है। कॉन्करेंट लिस्ट दे विच की हुंदा है बहुत पार्लीमेंट एंड स्टेट लैजिस्लेचर हैव पावर्स। यूनियन लिस्ट दे विच सेंटर कोल पावर हुंदी है स्टेट च सिर्फ स्टेट कोल पावर हुंदी है और कॉन्करेंट बहुत कोल हुंदी है सेंटर एंड स्टेट ठीक है। की हो गया फॉरेस्ट हो गया एजुकेशनस हो गए क्रिमिनल लॉ हो गए ठीक है मैरिजेस हो गया डिवोर्स हो गए ये सब किदे च आ जांदा है ये सब आंदा है कॉन्करेंट लिस्ट दे विच ठीक है। नैक्सट अपना लैजिस्लेटिव रिलेशन इत्थे खत्म होया हुण आपां स्टार्ट करदे आ एडमिनिस्ट्रेटिव रिलेशनस। एडमिनिस्ट्रेटिव रिलेशनस किहड़े आर्टिकल दे अंडर आंदे ने आर्टिकल 256 टू आर्टिकल 263 ठीक है। एडमिनिस्ट्रेटिव रिलेशनस किहड़े आर्टिकल्स दे अंडर आंदे ने कॉन्स्टिट्यूशन दे आर्टिकल 256 टू आर्टिकल 263 ठीक है। आर्टिकल 256 की कहते हैं द स्टेट्स आर एक्सपैक्टिव टू कॉम्पली विद द लॉज ऑफ पार्लीमेंट कि जी स्टेट नूं किते ना किते आके की है आपदे लॉज नूं जिहड़ा पार्लीमेंट दे विच इंक्लूड करना पैंदा है किते ना किते आके स्टेट नूं सेंटर दी मननी पैंदी है ठीक है। आर्टिकल 257 की कहता है स्टेट्स कैन नॉट इंपीड द एग्जीक्यूटिव पावर ऑफ द यूनियन कि अगर किसी एक टाइम ते आके जिहड़ा स्टेट है वो एग्जीक्यूटिव पावर यूनियन दी एग्जीक्यूटिव पावर नूं इंपीड नहीं कर सकती ठीक है। नैक्सट आर्टिकल 262 की है इंपॉर्टेंट है इहदे रिलेटेड क्वेश्चंस भी आंदे ने पेपर च की कहता आर्टिकल 262 ऑल डिस्प्यूट्स बिटवीन स्टेट एंड रिगार्डिंग द यूज डिस्ट्रीब्यूशन और कंट्रोल ऑफ वाटर आर डिसाइडेड बाय द सेंटर कि कोई भी स्टेट्स के विचकार कोई भी दो स्टेट्स के विचकार कोई रोला है झगड़ा है डिस्प्यूट्स ने रिगार्डिंग द यूज़ ऑफ डिस्ट्रीब्यूशन और कंट्रोल ऑफ वाटर कोई भी चीज़ जिदा डिस्ट्रीब्यूट करना है या कंट्रोल ऑफ वाटर करना है उन्होंने डिसाइड कौन करेगा सेंटर उन्होंने स्टेट डिसाइड नहीं कर सकती ठीक है। एक किहदे अंडर है सेंटर दे अंडर इत्थे अपना की खत्म हुंदा है एडमिनिस्ट्रेटिव रिलेशनस ठीक है। नैक्सट हुण अगे की है फाइनैंशियल रिलेशनस। फाइनैंशियल रिलेशनस 268 आर्टिकल टू 293 दे अंडर आंदा है ठीक है। की कहते ने द स्टेट्स आर ग्रेटरली डिपेंडेंट ऑन द सेंटर गवर्नमेंट फॉर फाइनैंस कि किते ना किते आके जिहड़ी स्टेट गवर्नमेंट है वो की है सेंटर गवर्नमेंट ते डिपेंडेंट है किनू लैके फाइनैंस नू लैके ठीक है। समझ आई पॉइंट कि जिहड़ा स्टेट है वो ग्रेटली डिपेंडेंट है सेंटर गवर्नमेंट दे किनू लैके फाइनैंस नू लैके ठीक है। नैक्सट है स्टेट गवर्नमेंट इंडिपेंडेंट सोर्सिस फॉर रेवेन्यू नॉट एडिक्वेट पर किते ना किते आके है कि स्टेट को आपदा फंड भी है कि स्टेट आपदा की है आपदी स्टेट चला सकती है पर एक टाइम ते आके किते ना किते स्टेट नू सेंटर गवर्नमेंट ते डिपेंडेंट होना ही पैंदा है ठीक है। नैक्सट है यूनियन गवर्नमेंट हैज़ द पावर्स टू बोरो विद इन इनसाइड और आउटसाइड कि यूनियन गवर्नमेंट कोल पावर है कि इन बोरो करन दियां चीज़ां इनसाइड और आउटसाइड स्टेट कोल पावर्स ने बोरोइंग पावर ने रिस्ट्रिक्शन स्टेट रिस्ट्रिक्शंस भी ला सकता है बट अगर उत्थे गल सेंटर दी हुंदी है तो स्टेट नू सेंटर कोल जाना ही पैंदा है। इत्थे गल सारी किते खत्म हुंदी है कि एक टाइम ते आके जिहड़ा स्टेट आपदा रूल कर सकता है स्टेट आपदी मनवा सकता है पर किते ना किते आके स्टेट नू सेंटर दी गल मननी ही पैंदी है। कुछ कु रोलियां च कुछ कु डिस्ट्रीब्यूशनस अगर पानी दा कोई रोला है या कुछ भी दो स्टेट्स दे विचकार कोई भी लड़ाई है तो स्टेट नू सेंटर दी मननी ही पैंदी है ठीक है। इत्थे अपना टॉपिक खत्म हुंदा है हाई कोर्ट खत्म हो गया यूनियन स्टेट रिलेशनस खत्म हो गए हुण आपां अगे करदे आ लोक अदालत। लोक अदालत की हुंदी है लोक तो पता चल रहा है अदालत तो पता चल रहा है लोक की हुंदा है पीपल कोर्ट है ठीक है। लोक अदालत का मतलब है पीपल कोर्ट गवर्नमेंट द्वारा इस्टैबलिश की है इनू कॉन्स्टिट्यूशन च इहदे बारे लिखिया ही नहीं होया क्योंकि इनू इस्टैबलिश किने की है गवर्नमेंट ने की है ठीक है। इहदे च की काम हुंदा है सेटल्स डिस्प्यूट्स थ्रू कॉन्सिलेशन एंड कॉम्प्रोमाइज़। कॉन्सिलेशन का मतलब की हुंदा है एडजस्टमेंट एंड कॉम्प्रोमाइज़ कि जेड़े भी डिस्प्यूट्स ने झगड़े ने वो एडजस्टमेंट नाल सॉल्व हो जान या वो चीज़ का कॉम्प्रोमाइज़ करके सॉल्व हो जान ठीक है। फर्स्ट लोक अदालत कित्थे बैठी सी वेरी इंपॉर्टेंट क्वेश्चन पेपर च पूछा जाता है। फर्स्ट लोक अदालत कित्थे बैठी सी गुजरात दे विच कदों 14 मार्च 1982 ठीक है। याद रखना तुसी
फस्ट लोक अदालत कित्थे बैठी सी? गुजरात दे विच। कदों? 14 मार्च 1982। ठीक है। नैक्सट है हुण इहदी कंपोजिशन किवें होई लोक अदालत दी? कौन कौन इहदे च मैंबर्स हुंदे ने? याद रखण दा तरीका 1+2, मतलब टोटल 3 मैंबर्स हुंदे ने। एक की हो गया? चेयरमैन हो गया। चेयरमैन कौन होएगा? जुडिशियल ऑफिसर होएगा, सिटिंग या रिटायर्ड होएगा। ठीक है। और सैकेंड 2 मैंबर्स केड़े ने? मैंबर्स अ लोअर अ सोशल वर्कर, कि एक वकील होएगा तो एक कोई भी सोशल वर्कर होएगा। ठीक है। 3 मैंबर होणगे, एक चेयरमैन होएगा, 2 मैंबर्स होणगे, एक वकील होएगा ते एक सोशल वर्कर होएगा। इहदी कोई भी जिहड़ी की है कोर्ट फी नहीं हुंदी, लोक अदालत दी कोई भी फीस नहीं हुंदी, और जल्दी तो जल्दी डिसीजन इहदा आंदा है। ठीक है। मोस्ट ऑफ द डिसीजनस जिहड़े ने वो एडजस्टमेंट करके या कॉम्प्रोमाइज़ करके ही सॉल्व कीते जांदे ने। ठीक है। लोक अदालत दा आपां नूं इह फायदा है। नैक्सट है इफ द केस इज़ ऑलरेडी फील्ड इन अ रैगूलर कोर्ट, कि कोई भी जिहड़ा केस है वो एक रैगूलर कोर्ट च आपां भरिया है, लाया होया कोई भी केस। ठीक है। द फी पे इज़ रिफंडिड, अगर आपां कोई भी केस एक रैगूलर कोर्ट ते लाया फॉर एग्जाम्पल, उस तो बाद अगर आपां उहदी फीस भरी हुई है, ठीक है, पर ਉਹੀ केस ਆਪਾਂ लोक अदालत ਚ ਲਾਤਾ, ਉਹੀ केस ਦਾ हल अपना लोक अदालत ਚ हो गया, तो ਜਿਹੜੀ फीस ਆਪਾਂ ਭਰੀ ਆ अपनी की रिफंड हो जाएगी। रिफंड कदों होएगी? इफ द डिस्प्यूट इज सैटल्ड एट लोक अदालत, कि ਜਿਹੜਾ ਆਪਾਂ ਰੈਗੂਲਰ ਕੋਰਟ ਚ ਲਾਇਆ ਹੈ, अगर ਉਹਦਾ ਆਪਾਂ ਨੂੰ ਉਹਦਾ ਜਿਹੜਾ डिस्प्यूट ਦਾ ਜਿਹੜਾ ਆਨਸਰ ਹੈ ਉਹ ਆਪਣਾ ਸੈਟਲਡ ਹੋ ਗਿਆ ਲੋਕ ਅਦਾਲਤ ਦੇ ਵਿੱਚ, ਆਪਣਾ ਕੇਸ ਸੋਲਵ ਹੋ ਗਿਆ, ਤਾਂ ਆਪਾਂ ਜਿਹੜੀ ਰੈਗੂਲਰ ਕੋਰਟ ਚ ਵਕੀਲਾਂ ਦੀ ਫੀ ਭਰੀ ਹੈ ਜਾਂ ਕੇਸ ਲਾਉਣ ਦੀ ਫੀ ਭਰੀ ਹੈ ਉਹ ਕੀ ਹੈ? ਉਹ ਰਿਫੰਡ ਹੋ ਜਾਏਗੀ। ਠੀਕ ਹੈ। ਲੋਕ ਅਦਾਲਤ ਚ ਕਿਹੜੇ ਕਿਹੜੇ ਚੀਜ਼ਾਂ ਆ ਗਈਆਂ? ਮਨੀ ਕਲੇਮਸ ਹੋ ਗਿਆ, ਕਿਸੇ ਨਾਲ ਪੈਸਿਆਂ ਦੇ ਲੈਣ ਦੇਣ ਚ ਰੋਲਾ ਹੈ, ਪੈਸੇ ਨਹੀਂ ਦੇ ਰਿਹਾ। ਠੀਕ ਹੈ। ਪਾਰਟੀਸ਼ਨ ਸੂਟਸ ਹੋ ਗਏ, मतलब ਜ਼ਮੀਨ ਦਾ ਰੋਲਾ ਹੋ ਗਿਆ, ਜਿੱਦਾਂ 2 ਬ੍ਰਦਰਸ ਨੇ ਉਹਨਾਂ 'ਚ ਆਪਸ ਦੇ ਵਿੱਚ ਜ਼ਮੀਨ ਦਾ ਰੋਲਾ ਹੋ ਗਿਆ ਵੀ ਇੰਨੀ ਜ਼ਮੀਨ ਮੇਰੀ ਹੈ, ਇੰਨੀ ਤੇਰੀ ਹੈ। ਠੀਕ ਹੈ। ਇਹ ਕੇਸ ਕਿਹਦੇ 'ਚ ਸੋਲਵ ਹੁੰਦੇ ਨੇ? ਲੋਕ ਅਦਾਲਤ ਦੇ ਵਿੱਚ। ਨੈਕਸਟ ਆ ਗਿਆ ਮੈਟਰੀਮੋਨੀਅਲ ਕੇਸਿਸ, ਲਾਈਕ ਜਿਵੇਂ ਮੈਰਿਜਸ ਦਾ ਰੋਲਾ ਹੋ ਗਿਆ, ਠੀਕ ਹੈ, ਡਿਵੋਰਸ ਦਾ ਰੋਲਾ ਹੋ ਗਿਆ, ਉਹ ਵੀ ਕਿਹਦੇ 'ਚ ਹੁੰਦੇ ਨੇ? ਲੋਕ ਅਦਾਲਤ ਦੇ ਵਿੱਚ। ਠੀਕ ਹੈ। ਕੀ ਕਹਿੰਦੇ ਨੇ? ਐਸ ਚਾਂਸਿਸ ਆਫ ਕੰਪਰੋਮਾਈਜ਼ ਆਰ ਹਾਈ ਹੇਅਰ, ਕਿ ਇੱਥੇ ਕੰਪਰੋਮਾਈਜ਼ ਦੇ ਚਾਂਸਿਸ ਜਿਹੜੇ ਕੀ ਹੁੰਦੇ ਨੇ ਉਹ ਹਾਈ ਹੁੰਦੇ ਨੇ। ਠੀਕ ਹੈ। ਨੈਕਸਟ ਅੱਗੇ ਕੀ ਹੈ? ਫਾਸਟ ਐਂਡ फ्री ऑफ कॉस्ट सर्विस, फास्ट ਹੁੰਦਾ, फ्री ਹੁੰਦਾ कॉस्ट सर्विस, कोई भी ਇਹਦੇ 'ਚ ਪੈਸੇ ਨਹੀਂ ਲੈਂਦਾ। ठीक है। ਲੈਜਿਸਲੇਟਿਵ ਅਸੈਂਬਲੀ हैज़ बीन गिवन द स्टेटस ऑफ सिविल कोर्ट, कि ਲੈਜਿਸਲੇਟਿਵ ਅਸੈਂਬਲੀ ਨੇ ਜਿਹੜੀ ਕੀ ਹੈ ਲੋਕ ਅਦਾਲਤ ਹੈ ਉਹਨੂੰ ਸਟੇਟਸ ਦਿੱਤਾ ਹੋਇਆ ਹੈ ਸਿਵਲ ਕੋਰਟ ਦਾ। ਐਵਰੀ ਅਵਾਰਡ ਮੇਡ ਬਾਈ ਇਟ ਇਜ਼ ਫਾਈਨਲ, ਕਿ ਜਿਹੜਾ ਵੀ ਡਿਸੀਜ਼ਨ ਇੱਥੇ ਲਿਆ ਗਿਆ ਉਹ ਕੀ ਹੈ? ਫਾਈਨਲ ਡਿਸੀਜ਼ਨ ਹੀ ਹੋਵੇਗਾ, ਉਸ ਡਿਸੀਜ਼ਨ ਨੂੰ ਕੋਈ ਵੀ ਨਹੀਂ ਬਦਲ ਸਕਦਾ। ठीक है। ये आप की कीती सी अपनी लोक अदालत कीती सी। लोक अदालत की हुंदी है? दोबारा फिर तो सुन लो, पीपल्स कोर्ट हुंदी है, इनू गवर्नमेंट द्वारा इस्टैबलिश करते हैं। ठीक है। यदि मोस्ट ऑफ द डिस्प्यूट्स जिहड़े कि कॉम्प्रोमाइज़ ते एडजस्टमेंट करके हुंदे ने। फस्ट लोक अदालत कित्थे बैठी सी? वेरी वेरी इंपॉर्टेंट क्वेश्चन, गुजरात दे विच 14 मार्च 1982 दे विच। 3 मैंबर्स हुंदे ने, एक चेयरमैन हो गया, 2 एक लॉयर हो गया, एक सोशल वर्कर हो गया। ठीक है। उस तो बाद कोई भी फी नहीं लगती। अगर आप रैगूलर कोर्ट च विच अगर कोई केस भरिया है बट वही केस अपना लोक अदालत च सॉल्व हो गया तो अपनी फी जिहड़ी कि रिफंड हो जाएगी। लोक अदालत च किहड़े किहड़े रोले आंदे ने? मनी दा हो गया, पार्टीशन सूट्स हो गया, ज़मीनां दा रोला, प्रॉपर्टी दा रोला, मैट्रीमोनियल केसिस हो गए जिद्दां मैरिजेस, डिवोर्स। ठीक है। ज़्यादा कॉम्प्रोमाइज़ के चांसिस होंदे ने। फास्ट एंड फ्री कोर्ट वाली कॉस्ट सर्विस है। ਲੈਜਿਸਲੇਟਿਵ ਅਸੈਂਬਲੀ ਨੇ ਇਹਨੂੰ ਸਟੇਟਸ ਦਿੱਤਾ ਸਿਵਲ ਕੋਰਟ ਦਾ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਔਰ ਜੋ ਵੀ ਅਵਾਰਡ ਮੇਡ ਹੁੰਦਾ ਇੱਥੇ ਉਹ ਫਾਈਨਲ ਹੀ ਹੁੰਦਾ, ਜੋ ਵੀ ਡਿਸੀਜ਼ਨ ਇੱਥੇ ਲਿਆ ਜਾਂਦਾ ਉਹ ਫਾਈਨਲ ਹੈ। ਠੀਕ ਹੈ। ਨੈਕਸਟ ਅੱਗੇ ਜਨਰਲ ਕਾਊਂਸਲ ਦੀ ਗੱਲ ਹੋ ਗਈ। ਆਰਟੀਕਲ 263 ਦੇ ਅੰਡਰ ਆਉਂਦੀ ਹੈ। ਟੋਟਲ 6 ਜਨਰਲ ਕਾਊਂਸਲਸ ਨੇ। ਠੀਕ ਹੈ। ਜਿਹਦੇ 'ਚ ਕੀ ਹੁੰਦਾ ਹੈ? ਟੂ ਡਿਸਕਸ ਐਂਡ ਐਡਵਾਈਜ਼ ਔਨ ਦਾ ਮੈਟਰ ਆਫ ਕਾਮਨ ਇੰਟਰਸਟ, ਕੀ ਹੈ? ਡਿਸਕਸ ਹੁੰਦਾ, ਐਡਵਾਈਜ਼ ਦਿੱਤੀ ਜਾਂਦੀ ਹੈ ਇੱਕ ਮੈਟਰ 'ਤੇ ਜਿਹੜਾ ਕਾਮਨ ਇੰਟਰਸਟ ਹੋਵੇ। ਠੀਕ ਹੈ। कॉमन चेयरमैन ऑफ ऑल द जनरल काउंसिल्स, कि हर जनरल काउंसिल का एक कॉमन चेयरमैन होंदा है। कौन होंदा है? यूनियन होम मिनिस्टर। जिहड़ा यूनियन होम मिनिस्टर होंदा है वो ही कॉमन चेयरमैन होंदा है किहदा? ऑल जनरल काउंसिल्स दा। ठीक है। सैटअप अंडर स्टेट रीऑर्गेनाइजेशन एक्ट 1956, की है किहदे अंडर सैट कीता है? स्टेट रीऑर्गेनाइजेशन एक्ट 1956 ਦੇ ਅੰਡਰ ਇਹਨੂੰ ਸੈੱਟ ਕੀਤਾ ਹੈ ਜਨਰਲ ਕਾਊਂਸਿਲ ਨੂੰ। ਕਿਹੜੇ ਆਰਟੀਕਲ 'ਚ ਆਉਂਦੀ ਹੈ? ਆਰਟੀਕਲ 263। ਹੁਣ 6 ਜਨਰਲ ਕਾਊਂਸਿਲਸ ਕਿਹੜੀਆਂ ਨੇ? ਇੱਕ ਨਾਰਥਨ ਦਾ ਪਾਰਟ ਹੋ ਗਿਆ,
ਲਾਈਕ ਜਿੱਦਾਂ ਜੰਮੂ ਕਸ਼ਮੀਰ ਵਾਲਾ ਏਰੀਆ ਹੋ ਗਿਆ, ਇੱਕ ਨਾਰਥਰਨ ਈਸਟਰਨ ਹੋ ਗਿਆ, ਇੱਕ ਈਸਟਰਨ ਹੋ ਗਿਆ, ਇੱਕ ਸਾਊਥਰਨ ਹੋ ਗਿਆ, ਇੱਕ ਵੈਸਟਰਨ ਹੋ ਗਿਆ ਔਰ ਇੱਕ ਸੈਂਟਰਲ ਹੋ ਗਿਆ। ਇਹ ਆਪਣੇ ਕੋਲ 6 ਜਿਹੜੀਆਂ ਨੇ ਕਾਊਂਸਲਸ ਨੇ। ਕਿਹੜੀਆਂ? ਨਾਰਥਰਨ, ਸੈਕਿੰਡ ਨਾਰਥਰਨ ਈਸਟਰਨ, ਥਰਡ ਈਸਟਰਨ, ਫੋਰਥ ਸਾਊਥਰਨ, ਫਿਫਥ ਵੈਸਟਰਨ ਔਰ ਸਿਕਸਥ ਜਿਹੜੀ ਹੈ ਸੈਂਟਰਲ। ਇਹ ਸਾਰੀ ਆਪਣੇ ਕੋਲ 6 ਜਨਰਲ ਕਾਊਂਸਲਸ ਨੇ। ਕਿਹਦੇ ਅੰਡਰ ਸੈੱਟ ਹੋਈਆਂ ਨੇ? ਸਟੇਟ ਰੀਆਰਗੇਨਾਈਜੇਸ਼ਨ ਐਕਟ 1956। ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ ਈਸਟਰਨ ਜਨਰਲ ਕਾਊਂਸਲ ਦੀ, ਜਿਹਦੇ 'ਚ 4 ਸਟੇਟਸ ਨੇ। ਕੀ ਨੇ? ਬਿਹਾਰ, ਝਾਰਖੰਡ, ਵੈਸਟ ਬੰਗਾਲ ਅਤੇ ਉੜੀਸਾ। 4 ਸਟੇਟਸ ਕਿਹੜੀਆਂ ਨੇ ਈਸਟਰਨ ਜਨਰਲ ਕਾਊਂਸਲ ਦੇ ਵਿੱਚ? ਬਿਹਾਰ, ਝਾਰਖੰਡ, ਵੈਸਟ ਬੰਗਾਲ ਅਤੇ ਉੜੀਸਾ। ਠੀਕ ਹੈ। ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਮੈਂ ਇੱਥੇ ਹਾਈ ਕੋਰਟਸ ਔਰ ਕੈਪੀਟਲ ਲਿਖਿਆ ਹੋਇਆ ਹੈ, ਕਿਉਂਕਿ ਕੁਛ ਬੁੱਕਸ ਦੇ ਵਿੱਚ ਇਹਨੂੰ ਹੈੱਡਕੁਆਟਰਸ ਦਿੱਤਾ ਹੋਇਆ ਕਿ ਇਹਦਾ ਹੈੱਡਕੁਆਟਰ ਈਸਟਰਨ ਜਨਰਲ ਕਾਊਂਸਲ ਦਾ ਹੈੱਡਕੁਆਟਰ ਕੋਲਕਾਤਾ 'ਚ ਹੈ, ਔਰ ਕੁਛ ਬੁੱਕਸ ਦੇ ਵਿੱਚ ਕੈਪੀਟਲ ਲਿਖਿਆ ਹੋਇਆ। ਤਾਂ ਕਰਕੇ ਦੋਨਾਂ 'ਚ ਹੀ ਕਨਫਿਊਜ਼ ਨਹੀਂ ਹੋਣਾ। ਤੁਸੀਂ ਯਾਦ ਰੱਖਣਾ ਹੈ, ਅਗਰ ਪੇਪਰ 'ਚ ਹੈੱਡਕੁਆਟਰ ਪੁੱਛ ਲਿਆ ਉਹ ਵੀ ਕੋਲਕਾਤਾ ਹੈ, ਅਗਰ ਕੈਪੀਟਲ ਪੁੱਛ ਲਈ ਤਾਂ ਉਹ ਵੀ ਕੋਲਕਾਤਾ ਹੈ। ਠੀਕ ਹੈ। ਤਾਂ ਜਿੱਦਾਂ ਤੁਹਾਨੂੰ ਸਹੀ ਲੱਗਿਆ ਤੁਸੀਂ ਉੱਦਾਂ ਹੀ ਯਾਦ ਕਰਨਾ ਹੈ। ਠੀਕ ਹੈ। ਹੈੱਡਕੁਆਟਰ ਆ ਗਿਆ ਫਿਰ ਵੀ ਕੋਲਕਾਤਾ, ਕੈਪੀਟਲ ਆ ਗਿਆ ਫਿਰ ਵੀ ਕੋਲਕਾਤਾ। ਠੀਕ ਹੈ। ਕਿ ਈਸਟਰਨ ਜਨਰਲ ਕਾਊਂਸਲ 'ਚ 4 ਸਟੇਟਸ ਨੇ, ਬਿਹਾਰ, ਝਾਰਖੰਡ, ਵੈਸਟ ਬੰਗਾਲ ਅਤੇ ਉੜੀਸਾ। ਠੀਕ ਹੈ। ਹੁਣ ਨੈਕਸਟ ਕੀ ਹੈ? ਵੈਸਟਰਨ ਜਨਰਲ ਕਾਊਂਸਲ, ਜਿਹਦੇ 'ਚ 5 ਸਟੇਟਸ ਨੇ। ਕਿਹੜੀਆਂ? ਗੁਜਰਾਤ ਹੋ ਗਈ, ਮਹਾਰਾਸ਼ਟਰ ਹੋ ਗਈ, ਗੋਆ ਹੋ ਗਈ, ਦਾਦਰਾ ਐਂਡ ਨਾਗਰ ਹਵੇਲੀ ਹੋ ਗਈ, ਦਮਨ ਐਂਡ ਦਿਊ। ਠੀਕ ਹੈ। ਇਹਦਾ ਹੈੱਡਕੁਆਟਰ ਜਾਂ ਕੈਪੀਟਲ ਕਿੱਥੇ ਹੈ? ਮੁੰਬਈ ਦੇ ਵਿੱਚ। ਨੈਕਸਟ ਆ ਗਈ ਨਾਰਥਰਨ ਜਨਰਲ ਕਾਊਂਸਲ, ਜਿਹਦੇ 'ਚ 7 ਸਟੇਟਸ ਨੇ। ਕਿਹੜੀਆਂ? ਜੰਮੂ ਐਂਡ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ। ਔਰ ਜਿਹਦਾ ਹੈੱਡਕੁਆਟਰ ਜਾਂ ਕੈਪੀਟਲ ਕਿੱਥੇ ਹੈ? ਨਿਊ ਦਿੱਲੀ 'ਚ। ਠੀਕ ਹੈ। ਨੈਕਸਟ ਆ ਗਈ ਸਾਊਥਰਨ ਜਨਰਲ ਕਾਊਂਸਲ, 5 ਸਟੇਟਸ ਨੇ। ਕਰਨਾਟਕਾ, ਕੇਰਲ, ਤਾਮਿਲਨਾਡੂ, ਪੁਡੁਚੇਰੀ, ਆਂਧਰਾ ਪ੍ਰਦੇਸ਼, ਜਿਹਦਾ ਹੈੱਡਕੁਆਟਰ ਜਾਂ ਕੈਪੀਟਲ ਕਿੱਥੇ ਹੈ? ਚੇਨਈ ਦੇ ਵਿੱਚ। ਠੀਕ ਹੈ। ਨੈਕਸਟ ਹੈ ਸੈਂਟਰਲ ਜਨਰਲ ਕਾਊਂਸਲ, 4 ਸਟੇਟਸ ਨੇ। ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ, ਜਿਹਦਾ ਹੈੱਡਕੁਆਟਰ ਜਾਂ ਕੈਪੀਟਲ ਕਿੱਥੇ ਹੈ? ਇਲਾਹਾਬਾਦ ਦੇ ਵਿੱਚ। ਠੀਕ ਹੈ। ਨੈਕਸਟ ਹੈ ਨਾਰਥ ਈਸਟਰਨ ਕਾਊਂਸਲ, ਜਿਹਦੇ 'ਚ 7 ਸਟੇਟਸ ਨੇ। ਪਹਿਲਾਂ 7 ਸੀ, ਬਾਅਦ ਵਿੱਚ ਇੱਕ ਹੋਰ ਐਡ ਹੋ ਗਈ ਤਾਂ 8 ਹੋ ਗਏ। ਪਹਿਲਾਂ ਵਾਲੀਆਂ 7 ਕਿਹੜੀਆਂ ਸੀ? ਅਸਾਮ, ਮਿਜ਼ੋਰਮ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਮਨੀਪੁਰ, ਅਰੁਣਾਚਲ ਪ੍ਰਦੇਸ਼। ਠੀਕ ਹੈ। ਪਹਿਲਾਂ ਇਹ 7 ਸਟੇਟ ਸੀਗੀਆਂ। ਹੈੱਡਕੁਆਟਰ ਕਿੱਥੇ ਸੀ ਜਾਂ ਕੈਪੀਟਲ ਕਿੱਥੇ ਸੀ? ਸ਼ਿਲੋਂਗ ਦੇ ਵਿੱਚ। ਕਦੋਂ ਕ੍ਰੀਏਟਡ ਹੋਈ ਸੀ? 1971 ਦੇ ਵਿੱਚ। ਦੈਨ ਉਸ ਤੋਂ ਬਾਅਦ ਵਿੱਚ ਇੱਕ ਹੋਰ ਸਟੇਟ ਐਡ ਕਰਤੀ ਨਾਰਥਰਨ ਈਸਟਰਨ ਕਾਊਂਸਲ ਦੇ ਵਿੱਚ। ਕਦੋਂ ਐਡ ਕੀਤੀ? 1994 ਦੇ ਵਿੱਚ। ਔਰ ਉਹ ਕੌਣ ਸੀ? ਸਿੱਕਿਮ ਸੀ। ਠੀਕ ਹੈ। ਟੋਟਲ ਕਿੰਨੀਆਂ ਹੋ ਗਈਆਂ? 8 ਹੋ ਗਈਆਂ। ਆਪਾਂ 6 ਕਾਊਂਸਲਸ ਕਿਹੜੀਆਂ ਪੜ੍ਹੀਆਂ ਨੇ? ਨਾਰਥਰਨ ਈਸਟਰਨ, ਸਾਊਥਰਨ, ਵੈਸਟਰਨ ਅਤੇ ਸੈਂਟਰਲ। ਠੀਕ ਹੈ। ਹੁਣ ਨੈਕਸਟ ਅੱਗੇ ਆਪਾਂ ਕੀ ਕਰਾਂਗੇ? ਨੈਕਸਟ ਆਪਾਂ ਕਰਾਂਗੇ ਗਵਰਨਰ ਕੀ ਹੁੰਦਾ ਹੈ? ਗਵਰਨਰ ਇੱਥੇ ਜ਼ਿਆਦਾ ਆਰਟੀਕਲਸ ਨਾਲ ਐਕਸਪਲੇਨ ਕੀਤਾ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ, ਨਾਲ ਤੁਹਾਨੂੰ ਆਰਟੀਕਲਸ ਵੀ ਯਾਦ ਹੋ ਜਾਣਗੇ। ਠੀਕ ਹੈ। ਗਵਰਨਰ ਆਰਟੀਕਲ 153 ਦੇ ਅੰਡਰ ਕੀ ਕਹਿੰਦੇ ਨੇ ਕਿ ਜਿਹੜਾ ਗਵਰਨਰ ਹੈ ਉਹ ਕੌਂਸਟੀਟਿਊਸ਼ਨਲ ਹੈੱਡ ਹੈ ਸਟੇਟ ਦਾ। ਜਿਵੇਂ ਪ੍ਰੈਜ਼ੀਡੈਂਟ ਹੈ ਉਹ ਕੌਂਸਟੀਟਿਊਸ਼ਨਲ ਹੈੱਡ ਹੈ ਕਿਹਦਾ? ਕੰਟਰੀ ਦਾ, ਇੰਡੀਆ ਦਾ। ਤਾਂ ਉੱਦਾਂ ਹੀ ਜਿਹੜਾ ਗਵਰਨਰ ਹੈ ਕੌਂਸਟੀਟਿਊਸ਼ਨਲ ਹੈੱਡ ਹੈ ਕਿਹਦਾ? ਇੱਕ ਸਟੇਟ ਦਾ। ਠੀਕ ਹੈ। ਆਰਟੀਕਲ 154 'ਚ ਕੀ ਕਹਿੰਦੇ ਨੇ? ਸੇਮ ਗਵਰਨਰ ਕੈਨ ਐਕਟ ਐਜ਼ ਦ ਗਵਰਨਮੈਂਟ ਆਫ ਮੋਰ ਦੈਨ ਵਨ ਸਟੇਟ। ਕਿ ਜਿਹੜਾ ਇੱਕ ਗਵਰਨਰ ਹੈ, ਸੇਮ ਗਵਰਨਰ ਕੀ ਹੈ? ਰੂਲ ਕਰ ਸਕਦਾ ਹੈ ਕਿੱਥੇ? 1 ਔਰ ਮੋਰ ਸਟੇਟ ਦੇ ਵਿੱਚ। 1 ਔਰ ਮੋਰ ਸਟੇਟ ਦੀ ਗਵਰਨਮੈਂਟ 'ਤੇ ਜਿਹੜਾ ਸੇਮ ਗਵਰਨਰ ਕੀ ਹੈ? ਰੂਲ ਕਰ ਸਕਦਾ ਹੈ। ਕਿਹੜੇ ਆਰਟੀਕਲ ਦੇ ਅੰਡਰ? ਆਰਟੀਕਲ 154। ਆਰਟੀਕਲ 155 'ਚ ਕੀ ਕਹਿੰਦੇ ਨੇ? ਦ ਗਵਰਨਰ ਇਜ਼ ਅਪੋਇੰਟਡ ਬਾਈ ਦ ਪ੍ਰੈਜ਼ੀਡੈਂਟ। ਕਿ ਜਿਹੜਾ ਗਵਰਨਰ ਹੈ ਉਹ ਪ੍ਰੈਜ਼ੀਡੈਂਟ ਦੁਆਰਾ ਅਪੋਇੰਟ ਕੀਤਾ ਜਾਂਦਾ ਹੈ। ਆਰਟੀਕਲ 156 'ਚ ਕੀ ਕਹਿੰਦੇ ਨੇ? ਦ ਗਵਰਨਮੈਂਟ ਹੋਲਡ ਆਫਿਸ ਡਿਊਰਿੰਗ ਦ ਪਲੇਜ਼ਰ ਆਫ ਦ ਪ੍ਰੈਜ਼ੀਡੈਂਟ। ਕਿ ਵੈਸੇ ਇਹਦਾ ਕੋਈ ਫਿਕਸ ਟੈਨਿਓਰ ਨਹੀਂ ਹੁੰਦਾ। ਇਹਦਾ ਕੀ ਹੁੰਦਾ ਕਿ ਜਿੰਨਾ ਟਾਈਮ ਤੱਕ ਪ੍ਰੈਜ਼ੀਡੈਂਟ ਦੀ ਪਰਮਿਸ਼ਨ ਹੈ, ਪ੍ਰੈਜ਼ੀਡੈਂਟ ਦੀ ਰਜ਼ਾਮੰਦਗੀ ਹੈ, ਉਹਨਾਂ ਟਾਈਮ ਕੀ ਹੈ ਜਿਹੜਾ ਗਵਰਨਰ ਹੈ ਉਹ ਕੀ ਆਫਿਸ ਹੋਲਡ ਕਰ ਸਕਦਾ। ਵੈਸੇ ਕੀ ਹੁੰਦਾ ਹੈ? ਟੈਨਿਓਰ ਕਿੰਨਾ ਹੁੰਦਾ? 5 ਸਾਲ ਹੀ ਹੁੰਦਾ। ਬੇਸਿਕਲੀ ਡਿਪੈਂਡ ਕਿਹਦੇ 'ਤੇ ਹੁੰਦਾ? ਪ੍ਰੈਜ਼ੀਡੈਂਟ 'ਤੇ। ਨੈਕਸਟ ਟੈਨਿਓਰ ਆ ਗਿਆ ਗਵਰਨਰ ਦਾ। ਆਰਟੀਕਲ 158 ਦੇ ਵਿੱਚ ਕੁਆਲੀਫਿਕੇਸ਼ਨਸ ਦੱਸੀਆਂ ਨੇ। ਮੇਨ ਉਹੀ ਪੁਆਇੰਟ ਜਿਹੜਾ ਸਭ 'ਚ ਹੁੰਦਾ ਹੈ, ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਠੀਕ ਹੈ। ਮਸਟ ਹੈਵ ਕੰਪਲੀਟਿਡ 35 ਈਅਰਸ ਆਫ ਏਜ। 35 ਦੀ ਏਜ ਕੰਪਲੀਟ ਕਰ ਲੈਣੀ ਮਸਟ ਹੈ।
ਸ਼ੈਲ ਨੋਟ ਹੋਲਡ ਆਫਿਸ ਆਫ ਪ੍ਰੋਫਿਟ, ਕੋਈ ਵੀ ਗਵਰਨਮੈਂਟ ਆਫਿਸ ਉਹਨੇ ਹੋਲਡ ਨਾ ਕੀਤੀ ਹੋਵੇ ਆਪਦੇ ਫਾਇਦੇ ਲਈ। ਸ਼ੈਲ ਨੋਟ ਬੀ ਅ ਮੈਂਬਰ ਆਫ ਬੋਥ ਹਾਊਸਿਸ ਆਫ ਪਾਰਲੀਮੈਂਟ, ਲੋਕ ਸਭਾ ਰਾਜ ਸਭਾ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਇੰਕਲੂਡਿਡ ਕੀ ਹੈ ਲੈਜਿਸਲੇਟਿਵ ਅਸੈਂਬਲੀ ਤੇ ਲੈਜਿਸਲੇਟਿਵ ਕਾਊਂਸਿਲ ਦਾ ਵੀ ਉਹ ਮੈਂਬਰ ਨਹੀਂ ਹੋਣਾ ਚਾਹੀਦਾ। ਯਾਦ ਰੱਖਣ ਵਾਲਾ ਪੁਆਇੰਟ ਹੈ ਕਿ ਸ਼ੈਲ ਨੋਟ ਬੀ ਅ ਮੈਂਬਰ ਆਫ ਬੋਥ ਹਾਊਸਿਸ ਆਫ ਪਾਰਲੀਮੈਂਟ, ਕਿ ਬੋਥ ਹਾਊਸਿਸ ਆਫ ਪਾਰਲੀਮੈਂਟ ਦਾ ਮੈਂਬਰ ਨਹੀਂ ਹੋਣਾ ਚਾਹੀਦਾ, ਲੈਜਿਸਲੇਟਿਵ ਅਸੈਂਬਲੀ ਦਾ ਵੀ ਨਹੀਂ ਹੋਣਾ ਚਾਹੀਦਾ, ਲੈਜਿਸਲੇਟਿਵ ਕਾਊਂਸਿਲ ਦਾ ਵੀ ਨਹੀਂ ਹੋਣਾ ਚਾਹੀਦਾ। ਨੈਕਸਟ ਅੱਗੇ ਆਰਟੀਕਲ 159 'ਚ ਕੀ ਹੈ, ਉਹਦੀ ਓਥ ਆ ਗਈ, ਸ਼ਪਥ ਆ ਗਈ ਬਟ ਚੀਫ ਜਸਟਿਸ ਆਫ ਦਾ ਕੰਸਰਨਡ ਹਾਈ ਕੋਰਟ, ਕਿ ਉਹਦੀ ਓਥ ਕਿਹਦੇ ਦੁਆਰਾ ਹੁੰਦੀ ਹੈ, ਚੀਫ ਜਸਟਿਸ ਆਫ ਦਾ ਜਿਹੜਾ ਉਸ ਟਾਈਮ ਦੀ ਹੈ ਚੀਫ ਜਸਟਿਸ ਹੁੰਦਾ ਹਾਈ ਕੋਰਟ ਦਾ। ਅਗਰ ਉਸ ਟਾਈਮ ਉਹ ਐਬਸੈਂਟ ਹੋਵੇ ਤਾਂ ਕਿਹਦੇ ਦੁਆਰਾ ਹੁੰਦਾ ਹੈ, ਸੀਨੀਅਰ ਮੋਸਟ ਜੱਜ ਆਫ ਦਾ ਕੋਰਟ, ਕਿ ਜਿਹੜਾ ਜੱਜ ਦਾ ਸੀਨੀਅਰ ਮੋਸਟ ਕੋਰਟ ਦਾ ਜਿਹੜਾ ਸੀਨੀਅਰ ਮੋਸਟ ਜੱਜ ਹੈ ਉਹਦੇ ਦੁਆਰਾ ਕੀ ਹੈ ਗਵਰਨਰ ਓਥ ਲੈ ਸਕਦਾ ਹੈ। ਠੀਕ ਹੈ, ਨੈਕਸਟ ਅੱਗੇ ਕੀ ਹੈ, ਪਾਵਰ ਐਂਡ ਫੰਕਸ਼ਨਸ ਆਫ ਗਵਰਨਰ। ਫਾਈਨੈਂਸ਼ੀਅਲ ਪਾਵਰ ਦੇ ਵਿੱਚ ਕੀ ਮਤਲਬ ਪਾਵਰਸ ਕਿਹੜੀਆਂ ਨੇ ਗਵਰਨਰ ਕੋਲ, ਪਾਵਰਸ ਤੇ ਫੰਕਸ਼ਨਸ। ਪਹਿਲਾ ਗੱਲ ਹੁੰਦੀ ਹੈ ਫਾਈਨੈਂਸ਼ੀਅਲ ਪਾਵਰ ਦੀ। ਫਾਈਨੈਂਸ਼ੀਅਲ ਪਾਵਰ 'ਚ ਕੀ ਆ ਜਾਂਦਾ, ਸਟੇਟ ਬਜਟ ਆ ਜਾਂਦਾ ਹੈ ਔਰ ਸਟੇਟ ਫਾਈਨੈਂਸ਼ੀਅਲ ਕਮਿਸ਼ਨ ਆ ਜਾਂਦਾ ਹੈ। ਜਿਹੜਾ ਸਟੇਟ ਬਜਟ ਹੈ ਉਹ ਸਟੇਟ ਲੈਜਿਸਲੇਚਰ ਨੂੰ ਦੇਣਾ ਹੁੰਦਾ ਹੈ। ਠੀਕ ਹੈ, ਸੈਕਿੰਡ ਕੀ ਹੈ ਸਟੇਟ ਫਾਈਨੈਂਸ ਕਮਿਸ਼ਨ, ਜਿਹੜਾ ਹਰ 5 ਸਾਲਾਂ ਬਾਅਦ ਕੀ ਹੈ ਸਟੇਟ ਫਾਈਨੈਂਸ ਕਮਿਸ਼ਨ ਜਿਹੜਾ ਕੀ ਹੈ ਆਉਂਦਾ ਹੈ। ਇਹ ਪਾਵਰ ਕਿਹਦੇ ਕੋਲ ਹੈ, ਗਵਰਨਰ ਦੇ ਕੋਲ। ਸੈਕਿੰਡ ਪਾਵਰ ਕੀ ਹੁੰਦੀ ਹੈ, ਪਾਰਡਨਿੰਗ ਪਾਵਰ ਹੁੰਦੀ ਹੈ, ਉਹ ਕਿਹਦੇ 'ਚ ਆਉਂਦੀ ਹੈ, ਜੁਡੀਸ਼ੀਅਲ ਪਾਵਰ ਦੇ ਵਿੱਚ। ਮਾਫ ਕਰਨ ਦੀ ਪਾਵਰ ਕਿਹਦੇ ਕੋਲ ਹੁੰਦੀ ਹੈ, ਗਵਰਨਰ ਕੋਲ। ਠੀਕ ਹੈ, ਨੈਕਸਟ ਗੱਲ ਹੋ ਗਈ ਐਮਰਜੈਂਸੀ ਪਾਵਰਸ ਦੀ। ਕੋਈ ਵੀ ਐਮਰਜੈਂਸੀ ਪਾਵਰ ਨਹੀਂ ਹੁੰਦੀ ਗਵਰਨਰ ਕੋਲ। ਇੱਕ ਪ੍ਰੈਜ਼ੀਡੈਂਟ ਰੂਲ ਲੱਗ ਸਕਦਾ ਆਰਟੀਕਲ 356 ਦੇ ਅੰਡਰ, ਜਿਹਦੇ 'ਚ ਕੀ ਹੈ ਸਾਰੀਆਂ ਲੋਕ ਅਦਾਲਤ ਵਿਧਾਨ ਸਭਾ ਕੀ ਜਿਹੜੀਆਂ ਰੱਦ ਹੋ ਜਾਂਦੀਆਂ ਨੇ। ਠੀਕ ਹੈ, ਨੈਕਸਟ ਹੈ ਲੈਜਿਸਲੇਟਿਵ ਪਾਵਰਸ ਕਿਹੜੀਆਂ ਹੋ ਗਈਆਂ, ਸਮਨ ਹੋ ਗਿਆ, ਡਿਸੋਲਵ ਹੋ ਗਿਆ, ਪ੍ਰੋਰੋਗ ਹੋ ਗਿਆ, ਸਟੇਟ ਅਸੈਂਬਲੀ, ਕਿ ਸਟੇਟ ਅਸੈਂਬਲੀ ਨੂੰ ਡਿਲੇ ਵੀ ਕਰ ਸਕਦਾ ਹੈ, ਜਦ ਮਰਜ਼ੀ ਬੁਲਾ ਸਕਦਾ ਹੈ, ਉਹਨੂੰ ਡਿਸੋਲਵ ਵੀ ਕਰ ਸਕਦਾ ਹੈ। ਇਹ ਪਾਵਰਸ ਵੀ ਕਿਹਦੇ ਕੋਲ ਨੇ, ਲੈਜਿਸਲੇਟਿਵ ਪਾਵਰਸ ਨੇ ਗਵਰਨਰ ਦੇ ਕੋਲ। ਨੈਕਸਟ ਹੈ nominated one by 6 members of the ਲੋਕਲ ਕੋਰਟ, ਕੀ ਹੈ ਉਹ ਜਿਹੜਾ ਕੀ ਹੈ ਲੋਕ ਅਦਾਲਤ ਹੈ ਜਿਹੜੀ ਉਹਦੇ 'ਚ ਕੀ ਹੈ 1 by 6 ਮੈਂਬਰਸ ਨੂੰ ਨੋਮੀਨੇਟ ਕਰ ਸਕਦਾ ਹੈ। ਨੈਕਸਟ ਪੁਆਇੰਟ ਕੀ ਹੈ, ਨੋਮੀਨੇਟਸ 1 ਮੈਂਬਰ ਆਫ ਐਂਗਲੋ ਇੰਡੀਅਨ ਕਮਿਊਨਿਟੀ ਟੂ ਦ ਲੋਕ LA ਆਫ ਦ ਸਟੇਟ, ਮਤਲਬ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈ ਵਿਧਾਨ ਸਭਾ ਹੈ ਉਹ ਨੋਮੀਨੇਟ ਕਰ ਸਕਦਾ ਇੱਕ ਮੈਂਬਰ ਕਿੱਥੋਂ ਦਾ, ਐਂਗਲੋ ਇੰਡੀਅਨ ਕਮਿਊਨਿਟੀ ਦਾ। ਠੀਕ ਹੈ, ਮਤਲਬ ਵਿਧਾਨ ਸਭਾ 'ਚ। ਨੈਕਸਟ ਆਪਣਾ ਕੀ ਐਗਜ਼ੈਕਟਿਵ ਪਾਵਰ, ਲਾਸਟ ਪਾਵਰ ਹੈ ਜਿਹਦੇ 'ਚ ਵੇਰੀਅਸ ਅਪੋਇੰਟਮੈਂਟਸ ਹੋ ਜਾਂਦੇ ਨੇ। ਕਿਸੇ ਮਤਲਬ ਅਪੋਇੰਟ ਕਰਨਾ ਕਿਸੇ ਨੂੰ, ਕਿਹਨੂੰ ਅਪੋਇੰਟ ਕਰਨਾ, ਐਡਵੋਕੇਟ ਜਨਰਲ ਆਫ ਸਟੇਟ ਨੂੰ, ਸਟੇਟ ਇਲੈਕਸ਼ਨ ਕਮਿਸ਼ਨਸ ਨੂੰ, ਸਟੇਟ ਪੁਲਿਸ ਸਰਵਿਸ ਕਮਿਸ਼ਨ ਨੂੰ, ਜਾਂ VCs ਆਫ ਯੂਨੀਵਰਸਿਟੀਜ਼ ਨੂੰ। ਇਹ ਕਿਹਦੇ 'ਚ ਆ ਜਾਂਦਾ ਹੈ, ਐਗਜ਼ੈਕਟਿਵ ਪਾਵਰ 'ਚ, ਔਰ ਇਹ ਪਾਵਰ ਕਿਹਦੇ ਕੋਲ ਹੁੰਦੀ ਹੈ, ਗਵਰਨਰ ਕੋਲ ਹੁੰਦੀ ਹੈ। ਠੀਕ ਹੈ, ਪਾਵਰਸ ਕਿਹੜੀਆਂ ਕਿਹੜੀਆਂ ਸੀ, ਫਾਈਨੈਂਸ਼ੀਅਲ ਪਾਵਰ, ਜੁਡੀਸ਼ੀਅਲ ਪਾਵਰ, ਐਮਰਜੈਂਸੀ ਪਾਵਰ, ਲੈਜਿਸਲੇਟਿਵ ਪਾਵਰ ਤੇ ਐਗਜ਼ੈਕਟਿਵ ਪਾਵਰ। ਇਹ 5 ਪਾਵਰਸ ਕਿਹਦੇ ਕੋਲ ਹੁੰਦੀਆਂ ਨੇ, ਗਵਰਨਰ ਦੇ ਕੋਲ ਹੁੰਦੀਆਂ ਨੇ। ਠੀਕ ਹੈ, ਅੱਜ ਦੀ ਕਲਾਸ, ਅੱਜ ਦੀ ਵੀਡੀਓਜ਼ ਆਪਣੀ ਇੱਥੇ ਖਤਮ ਹੁੰਦੀ ਹੈ। ਅੱਜ ਦੀ ਕਲਾਸ 'ਚ ਆਪਾਂ ਹਾਈ ਕੋਰਟ ਕੀਤਾ ਹੈ, ਠੀਕ ਹੈ, ਜਨਰਲ ਕਾਊਂਸਲ ਕੀਤੇ ਨੇ, ਲੋਕ ਅਦਾਲਤ ਕੀਤੇ ਨੇ, ਯੂਨੀਅਨ ਸਟੇਟ ਰਿਲੇਸ਼ਨਸ ਕੀਤੇ ਨੇ, ਔਰ ਲਾਸਟ 'ਤੇ ਆਪਾਂ ਕੀ ਕੀਤਾ ਹੈ, ਗਵਰਨਰ। ਠੀਕ ਹੈ, ਹੁਣ ਨੈਕਸਟ ਵੀਡੀਓ 'ਚ ਆਪਾਂ ਨੈਕਸਟ ਵਾਲੇ ਟੌਪਿਕਸ 'ਚ ਕੰਟੀਨਿਊ ਕਰਾਂਗੇ, ਕਿਉਂਕਿ ਆਪਣੇ 7-8 ਟੌਪਿਕ ਹੀ ਰਹਿ ਗਏ। ਦੈਨ ਆਪਣੀ ਇੰਡੀਅਨ ਪੋਲਿਟੀ ਕਵਰ। ਕਿਸੇ ਨੂੰ ਕਿਸੇ ਵੀ ਚੀਜ਼ 'ਚ ਡਾਊਟ ਹੋਵੇ ਕਮੈਂਟ ਬਾਕਸ 'ਚ ਦੱਸ ਦਿਓ, ਜਾਂ WhatsApp ਗਰੁੱਪ 'ਚ ਮੈਸੇਜ ਕਰ ਦਿਓ। ਥੈਂਕ ਯੂ ਵੈਰੀ ਮਚ।